मौत है दुखदाई, बहुत वड्डा दुख है। पर गुरबाणी कहती नहीं, मौत भी आनंद है। जदों मनुख परमात्मा दे नाम विच रंगिया जांदा है, फिर मौत भी आनंद जापदी है। सानू समझाउणा कीता भी तू मौत नूं लैके चिंतित ना हो, इस गल नूं लैके चिंता कर भी जिहड़े तू कर्म कर रहे हैं वो तेरे कैसे ने। अपने जीवन अंदर भजन बंदगी कर रहे कि नहीं कर रहा, मालिक नूं याद कीता कि नहीं कीता। एक गल याद रखियो, जदों उत्थे जाके हिसाब किताब होना है ना, उत्थे साडी जोड़ी हुई धन दौलत दा हिसाब किताब नहीं होना। साडे बनाए हुए महल माड़ियां दा उत्थे लेखा जोखा नहीं होना। तू किन्ने मकान बना के आया है, किन्ने लखां करोड़ां जोड़ के तू पिछे छड्ड के आया है, ते किन्नी तू मेहनत कीती है, ये अगे काम नहीं होनी। क्यों? गुरु अर्जन देव महाराज जी दे बचन उन्होंने सानू समझाउणा किते आवर काज तेरे किते ना काम, मिल साध संगत भज केवल नाम। जिन्ने मर्जी तू काम मेहनत मशक्कत दिन रात एक कर दे भाई, अगे ओदा कोई लेखा जोखा नहीं। हुण आपां क्योंकि कर्मां दी गल है, उत्थे कर्मां दा निबेड़ा है भी असीं कर्म कैसे कीते ने, कैसे कर्म करके संसार तो रुखसत होए आ। हुण रावण सी, हुण सोने दी लंका सी, ओदे कर्मां बाबत जरूर इतिहासकार ने लिखिया भी इहने ਇਹਦੇ ਚ ਗੁਣ ਸਣੇ 4 ਵੇਦਾਂ ਦਾ ਗਿਆਤਾ ਸੀ, ਬਹੁਤ ਵੱਡਾ ਵਿਦਵਾਨ ਪੰਡਤ ਸੀ। ਤੇ ਜਿਹੜਾ ਮਾੜਾ ਕਰਮ ਕੀਤਾ, ਮਾੜੇ ਕਰਮ ਬਾਬਤ ਵੀ ਆਪਾਂ ਜਾਣਦੇ ਆ। ਪਰ ਕਿਸੇ ਇਤਿਹਾਸਕਾਰ ਨੇ ਇਹ ਨਹੀਂ ਲਿਖਿਆ ਵੀ ਰਾਵਣ ਦੀ ਲੰਕਾ ਨੂੰ ਕਿੰਨਾ ਸੋਨਾ ਲੱਗਿਆ ਹੋਇਆ ਸੀ, ਉਹਦੇ ਛੱਜੇ ਨੂੰ ਕਿੰਨਾ ਕੁਇੰਟਲ ਸੋਨਾ ਲੱਗਿਆ ਸੀ। ਕੋਈ ਹਿਸਾਬ ਕਿਤਾਬ ਨਹੀਂ। ਕਹਿਣ ਤੋਂ ਭਾਵ ਵੀ ਜੋੜੀ ਹੋਈ ਧਨ ਦੌਲਤ ਅੱਗੇ ਕੋਈ ਮਾਇਨੇ ਨਹੀਂ ਰੱਖਦੀ। ਰਾਵਣ ਦੇ ਕਰਮਾਂ ਨੂੰ ਆਪਾਂ ਜ਼ਰੂਰ ਵਿਚਾਰਦੇ ਆ, ਉਹਨੇ ਕਿਹੜੇ ਉਹਦੇ ਮਾੜੇ ਕਰਮ ਸਨ, ਕਿਹੜੇ ਉਹਦੇ ਗੁਣ ਸਨ, ਚੰਗੇ ਗੁਣ ਕਿਹੜੇ ਸੀ, ਪਰ ਉਹਦੀ ਦੌਲਤ ਦਾ ਕੋਈ ਹਿਸਾਬ ਕਿਤਾਬ ਨਹੀਂ। ਸੋ ਗੁਰੂ ਸਾਹਿਬ ਨੇ ਸਾਨੂੰ ਸਮਝਾਉਣਾ ਕੀਤਾ, ਭਾਈ ਜੇਕਰ ਸੰਸਾਰ ਤੋਂ ਰੁਖਸਤ ਹੋਣ ਤੋਂ ਪਹਿਲਾਂ ਪ੍ਰਮਾਤਮਾ ਨੂੰ ਯਾਦ ਕੀਤਾ ਹੋਵੇਗਾ, ਨਾਮ ਜਪਿਆ ਹੋਵੇਗਾ, ਫਿਰ ਤੇਰਾ ਜਿਹੜਾ ਮਰਨਾ ਹੈ ਉਹ ਸੁਖਾਲਾ ਹੋ ਜਾਏਗਾ। ਤੇ ਪ੍ਰਮਾਤਮਾ ਕੋਲ ਗਿਆ ਤੈਨੂੰ ਪੱਕੇ ਤੌਰ ਤੇ ਪ੍ਰਮਾਤਮਾ ਦੇ ਚਰਨਾਂ ਵਿੱਚ ਥਾਂ ਨਸੀਬ ਹੋ ਜਾਏਗੀ। ਜੇ ਪ੍ਰਮਾਤਮਾ ਦੇ ਚਰਨਾਂ ਵਿੱਚ ਥਾਂ ਲੈਣੀ ਹੈ ਨਾ, ਉਹਦੇ ਵਾਸਤੇ ਨਾਮ ਜਪਣਾ ਪਵੇਗਾ। ਜੇ ਜਿਉਂਦੇ ਜੀ ਅਸੀਂ ਨਾਮ ਨਹੀਂ ਜਪਦੇ, ਸੰਗਤ ਨਹੀਂ ਕਰਦੇ, ਫਿਰ ਗੁਰੂ ਸਾਹਿਬ ਆਖਦੇ ਨੇ ਭਾਈ ਬਿਨਾਂ ਨਾਮ ਜਪਿਆ ਜਦੋਂ ਜੀਵਨ ਰੂਪੀ ਬਾਜੀ ਹਾਰ ਕੇ ਤੂੰ ਸੰਸਾਰ ਤੋਂ ਜਾਵੇਂਗਾ, ਅੱਗੇ ਤੈਨੂੰ ਥਾਂ ਨਹੀਂ ਮਿਲਣੀ। ਦਾਗ ਦੋਸ ਮੂੰਹ ਚੱਲਿਆ ਲਾਏ, ਦਰਗਾਹ ਬੈਸਣ ਨਾ ਹੀ ਜਾਏ, ਥਾਂ ਨਹੀਂ ਮਿਲੇਗੀ। ਕਿਉਂ? ਭਗਤ ਰਵਿਦਾਸ ਜੀ ਦੇ ਬਚਨ ਵੀ ਤੇਰੀਆਂ ਮਹਿਲ ਮਾੜੀਆਂ, ਤੇਰਾ ਪਰਿਵਾਰ ਉੱਥੇ ਮਦਦਗਾਰ ਨਹੀਂ। ਉੱਚੇ ਮੰਦਰ ਸੁੰਦਰ ਨਾਰੀ, ਰਾਮ ਨਾਮ ਬਿਨ ਬਾਜੀ ਹਾਰੀ। ਰਾਮ ਨਾਮ ਦਾ ਜਾਪ ਨਹੀਂ ਕੀਤਾ, ਵਾਹਿਗੁਰੂ ਨੂੰ ਨਹੀਂ ਸਿਮਰਿਆ, ਫਿਰ ਗੁਰੂ ਸਾਹਿਬ ਆਖਦੇ ਨੇ ਬਾਜੀ ਹਾਰ ਕੇ ਜਾਵੇਂਗਾ। ਤੇ ਜਿਹੜਾ ਬਾਜੀ ਹਾਰ ਜਾਂਦਾ ਹੈ ਨਾ, ਉਹਦੇ ਹਾਲਾਤ ਫਿਰ ਮਾੜੇ ਹੀ ਹੁੰਦੇ ਨੇ। ਜੋ ਸਭ ਕੁਝ ਹਾਰ ਹੀ ਗਿਆ, ਆਪਾਂ ਜੁਆਰੀਆਂ ਨੂੰ ਵੇਖ ਸਕਦੇ ਹਾਂ, ਜਿਹੜਾ ਜੂਏ 'ਚ ਆਪਣਾ ਸਭ ਕੁਝ ਹਾਰ ਜਾਂਦਾ ਹੈ, ਉਹਦੀ ਫਿਰ ਦੁਰਦਸ਼ਾ ਕੀ ਹੁੰਦੀ ਹੈ, ਉਹਦੇ ਹਾਲਾਤ ਕੀ ਬਣਦੇ ਨੇ। ਕਿਉਂ? ਉਹਨੂੰ ਜੂਆ ਖੇਡਣਾ ਹੀ ਨਹੀਂ ਚਾਹੀਦਾ ਸੀ। ਜੇ ਬਾਜੀ ਲਾਈ ਹਾਰ ਗਿਆ, ਸਭ ਕੁਝ ਗਵਾ ਲਿਆ, ਫਿਰ ਥਾਂ ਥਾਂ ਤੇ ਠੋਕਰਾਂ ਖਾਂਦਾ ਹੈ, ਮੁਹਤਾਜ ਹੋ ਜਾਂਦਾ ਹੈ। ਗੁਰੂ ਸਾਹਿਬ ਵੀ ਆਖਦੇ ਨੇ ਭਾਈ ਸੰਸਾਰ ਤੇ ਆਇਆ, ਇਸ ਸਮੇਂ ਨੂੰ ਅਜਾਈ ਨਾ ਗਵਾ, ਨਾਮ ਜਪ ਤੇ ਜੀਵਨ ਰੂਪੀ ਬਾਜੀ ਨੂੰ ਜਿੱਤਣਾ ਕਰ। ਜੇ ਬਾਜੀ ਹਾਰ ਕੇ ਗਿਆ, ਤੇਰੀ ਹਾਲਤ ਉਸ ਜੁਆਰੀ ਵਰਗੀ ਹੋ ਜਾਏਗੀ ਜੋ ਆਪਣਾ ਜੂਏ ਸਭ ਕੁਝ ਹਾਰ ਬੈਂਦਾ ਹੈ, ਸਭ ਕੁਝ ਗਵਾ ਬੈਂਦਾ ਹੈ। ਉਸ ਤਰ੍ਹਾਂ ਦੇ ਤੇਰੇ ਹਾਲਾਤ ਬਣ ਜਾਣਗੇ। ਦੇਖੋ, ਮੌਤ ਸਚਾਈ ਹੈ। ਜਦੋਂ ਗੁਰੂ ਨਾਨਕ ਪਾਤਸ਼ਾਹ ਜਦੋਂ ਦੀਪਾਲਪੁਰ ਪਹੁੰਚੇ ਨਾ, ਉੱਥੇ ਹਮਜ਼ਾ ਗੋਜ ਦੀਪਾਲਪੁਰ ਤੋਂ ਤੁਰ ਕੇ ਹਮਜ਼ਾ ਗੋਜ ਪੀਰ ਕੋਲ ਪਹੁੰਚੇ। ਪੀਰ ਨੇ ਇੱਕ ਢੰਡੋਰਾ ਪਟਵਾਇਆ ਸੀ ਸ਼ਹਿਰ ਵਿੱਚ ਵੀ ਮੇਰੇ ਕੋਲੇ ਐਸੀ ਕਲਾ ਹੈ ਵੀ ਜੇ ਮੈਂ 40 ਦਿਨ ਚੁੱਲ੍ਹਾ ਕੱਟਦਾ ਤੇ ਸ਼ਹਿਰ ਵਿੱਚ ਕੋਈ ਮਰੇਗਾ ਨਹੀਂ।
ਗੁਰੂ ਨਾਨਕ ਪਾਤਸ਼ਾਹ ਜੀ ਪਹੁੰਚੇ, ਕਿਉਂਕਿ ਇਹ ਤਾਂ ਪ੍ਰਮਾਤਮਾ ਨਿਯਮਨ ਦੇ ਉਲਟ ਹੈ। ਨਿਯਮ ਤਾਂ ਇਹ ਹੈ ਵੀ ਜਿਹੜਾ ਆਇਆ ਉਹਨੇ ਸੰਸਾਰ ਤੋਂ ਜਾਣਾ ਹੈ। ਰਾਮ ਗਿਓ ਰਾਵਣ ਗਿਓ ਜਾਕੋ ਬਹੁ ਪਰਿਵਾਰ, ਵੱਡੇ ਵੱਡੇ ਪਰਿਵਾਰਾਂ ਵਾਲੇ ਵੱਡੇ ਵੱਡੇ ਯੋਧੇ ਅਵਤਾਰੀ ਪੁਰਸ਼ ਉਹ ਸੰਸਾਰ ਤੋਂ ਚਲੇ ਗਏ। ਤੇ ਹਮਜ਼ਾ ਗੋਜ ਕਹਿੰਦੇ ਵੀ ਮੇਰੇ ਕੋਲ ਇਕੱਲਾ ਹੈ, ਮੈਂ ਚਿਲਾ ਕੱਟ ਦਾਂਗਾ, ਕਿਸੇ ਨੇ ਮਰਨਾ ਨਹੀਂ। ਤੇ ਗੁਰੂ ਨਾਨਕ ਪਾਤਸ਼ਾਹ ਜੀ ਮਰਦਾਨੇ ਜੀ ਦੇ ਨਾਲ ਗਏ ਤੇ 2 ਟਕੇ ਦਿੱਤੇ। ਕਹਿੰਦੇ ਜਾ ਬਾਜ਼ਾਰ ਵਿੱਚ ਇੱਕ ਦਾ ਸੱਚ ਇੱਕ ਦਾ ਝੂਠ ਖਰੀਦ ਕੇ ਲਿਆ। ਹੁਣ ਪਹਿਲੀ ਦੁਕਾਨ ਤੇ ਗਏ, ਜਾ ਕੇ ਟਕਾ ਫੜਾ ਕੇ ਕਹਿੰਦੇ ਵੀ ਮੈਨੂੰ 1 ਟਕੇ ਦਾ ਸੱਚ ਤੇ 1 ਦਾ ਝੂਠ ਚਾਹੀਦਾ ਹੈ। ਦੁਕਾਨਦਾਰ ਕਹਿੰਦਾ ਭੋਲਿਆ, ਸੱਚ ਤੇ ਝੂਠ ਦੁਕਾਨਾਂ ਤੋਂ ਨਹੀਂ ਮਿਲਦੇ, ਤੂੰ ਕਿਸੇ ਧਰਮਸਾਲ ਵਿੱਚ ਜਾ, ਕਿਸੇ ਮੰਦਿਰ ਵਿੱਚ ਜਾ, ਮਸਜਿਦ ਵਿੱਚ ਜਾ, ਉੱਥੇ ਤੈਨੂੰ ਸੱਚ ਝੂਠ ਮਿਲ ਸਕਦਾ ਹੈ, ਦੁਕਾਨਾਂ ਤੇ ਤਾਂ ਸੌਦਾ ਹੀ ਮਿਲਦਾ ਹੈ। ਭਾਈ ਮਰਦਾਨਾ ਜੀ ਕਹਿਣ ਲੱਗੇ ਨਹੀਂ, ਮੈਨੂੰ ਮੇਰੇ ਮੁਰਸ਼ਿਦ ਦਾ ਹੁਕਮ ਹੈ ਵੀ ਸੱਚ ਤੇ ਝੂਠ ਬਾਜ਼ਾਰ ਵਿੱਚੋਂ ਖਰੀਦ ਕੇ ਲਿਆਉਣਾ ਹੈ। ਅਗਲੀ ਦੁਕਾਨ ਤੇ ਗਏ, ਕਹਿੰਦੇ ਮੈਨੂੰ 1 ਟਕੇ ਦਾ ਸੱਚ ਤੇ 1 ਦਾ ਝੂਠ ਚਾਹੀਦਾ। ਦੁਕਾਨਦਾਰ ਕਹਿੰਦਾ ਫਕੀਰ ਲੱਗਦਾ ਹੈ, ਜੇ ਤੈਨੂੰ ਕੁਝ ਖਾਣ ਵਾਸਤੇ ਚਾਹੀਦਾ ਤੇ ਖਾ, ਤੇ ਸੱਚ ਤੇ ਝੂਠ ਦੁਕਾਨ ਤੇ ਨਹੀਂ ਮਿਲਿਆ ਕਰਦਾ। ਪਰ ਗੁਰੂ ਨਾਨਕ ਪਾਤਸ਼ਾਹ ਜੀ ਬਚਨ ਭਗਾਉਣੇ ਸਨ ਵੀ ਸੱਚ ਤੇ ਝੂਠ ਦੁਕਾਨ ਤੋਂ ਹੀ ਖਰੀਦ ਕੇ ਲਿਆਉਣਾ ਸੀ। ਆਖਰ ਕਰਦੇ ਕਰਦੇ ਮੂਲ ਚੰਦ ਦੀ ਦੁਕਾਨ ਤੇ ਪਹੁੰਚੇ। ਉਹਨੂੰ ਜਾ ਕੇ ਕਹਿੰਦੇ ਮੈਨੂੰ 1 ਟਕੇ ਦਾ ਸੱਚ ਤੇ 1 ਦਾ ਝੂਠ ਚਾਹੀਦਾ ਹੈ। ਉਹਨੇ ਕਾਗਜ਼ ਦੇ ਟੁਕੜੇ ਤੇ ਲਿਖ ਦਿੱਤਾ, ਮਰਨਾ ਸੱਚ, ਜਿਉਣਾ ਝੂਠ। ਜਿਹਨੂੰ ਆਪਾਂ ਮੂਲ ਚੰਦ ਖੱਤਰੀ ਵੀ ਆਖਦੇ ਆ, ਮੂਲਾ ਖੱਤਰੀ ਵੀ ਆਖਦੇ ਆ ਉਹਨੂੰ। 1 ਟਕੇ ਦਾ ਸੱਚ ਤੇ 1 ਦਾ ਝੂਠ। ਸੱਚ ਕੀ ਹੈ? ਵੀ ਮਰਨਾ ਸੱਚ ਹੈ ਤੇ ਜਿਉਣਾ ਝੂਠ ਹੈ। ਜਦੋਂ ਲੈ ਕੇ ਕਾਗਜ਼ ਦਾ ਟੁਕੜਾ ਵਾਪਸ ਆਏ ਤੇ ਗੁਰੂ ਨਾਨਕ ਪਾਤਸ਼ਾਹ ਜੀ ਹਮਜ਼ਾ ਗੋਜ ਪੀਰ ਕੋਲ ਪਹੁੰਚੇ। ਕਹਿਣ ਲੱਗੇ ਤੂੰ ਇਹ ਦਾਅਵੇ ਕਰਦਾ ਵੀ ਸ਼ਹਿਰ ਵਿੱਚ ਮੈਂ ਚਿਲਾ ਕੱਟਿਆ, ਕੋਈ ਮਰੇਗਾ ਨਹੀਂ, ਪਰ ਇੱਕ ਸ਼ਹਿਰ ਵਿੱਚ ਇੱਕ ਐਸਾ ਬੰਦਾ ਵੀ ਰਹਿੰਦਾ ਹੈ ਮੂਲ ਚੰਦ ਖੱਤਰੀ, ਜਿਹਨੂੰ ਮੌਤ ਯਾਦ ਹੈ, ਜਿਹਨੂੰ ਮਰਨਾ ਯਾਦ ਹੈ, ਜਿਹਨੇ ਲਿਖ ਕੇ ਦਿੱਤਾ ਹੈ ਵੀ ਜਿਹੜਾ ਜਿਉਣਾ ਝੂਠ ਹੈ ਤੇ ਮਰਨਾ ਸੱਚ ਹੈ, ਜਿਹਨੂੰ ਮੌਤ ਯਾਦ ਹੈ। ਤੂੰ ਵੱਡੇ ਵੱਡੇ ਦਾਅਵੇ ਕਰ ਰਿਹਾ, ਤੇਰੇ ਸ਼ਹਿਰ ਵਿੱਚ ਇੱਕ ਐਸਾ ਗੁਰਸਿੱਖ ਰਹਿੰਦਾ ਹੈ ਜਿਸ ਨੂੰ ਮੌਤ ਯਾਦ ਹੈ, ਜੋ ਮੌਤ ਨੂੰ ਯਾਦ ਰੱਖ ਕੇ ਜੀਵਨ ਬਤੀਤ ਕਰ ਰਿਹਾ ਹੈ। ਤੇ ਸਚਾਈ ਵੀ ਇਹੀ ਹੈ ਵੀ ਸੰਸਾਰ ਤੇ ਆਏ ਆ ਤੇ ਸੰਸਾਰ ਤੋਂ ਜਾਣਾ ਵੀ ਹੈ। ਉਹ ਗੱਲ ਵੱਖਰੀ ਵੀ ਸਾਨੂੰ ਜਿਹੜੀ ਮੌਤ ਹੈ, ਪਹਿਲਾਂ ਵੀ ਕਈ ਵਾਰ ਅਰਜ਼ ਕੀਤੀ, ਸਾਨੂੰ ਮੌਤ ਇਹੋ ਜਿਹੇ ਸਮਾਗਮਾਂ ਤੇ ਯਾਦ ਹੁੰਦੀ ਹੈ, ਕਥਾ ਕੀਰਤਨ ਕਰਦਿਆਂ ਨੂੰ ਤੇ ਸੁਣਦਿਆਂ ਨੂੰ, ਸਾਰਿਆਂ ਦੀ ਗੱਲ ਹੈ। ਭੋਗ ਪੈ ਗਿਆ ਤੇ ਤੋਂ ਬਾਅਦ ਅਸੀਂ ਫਿਰ ਆਪਣੇ ਕੰਮਾਂ ਕਾਰਾਂ 'ਚ ਰੁੱਝ ਜਾਣਾ, ਮੌਤ ਸਾਨੂੰ ਚੇਤੇ ਨਹੀਂ ਰਹਿਣੀ। ਪਰ ਗੁਰੂ ਸਾਹਿਬ ਆਖਦੇ ਨੇ ਯਾਦ ਰੱਖ, ਮੌਤ ਨੂੰ ਹਰ ਵਕਤ ਚੇਤੇ ਰੱਖ। ਦੁਨਿਆਵੀ ਕੰਮ ਧੰਦਿਆਂ ਵਿੱਚ ਸਮਾਂ ਬਤੀਤ ਨਾ ਕਰ, 2 ਵਕਤ ਜੋ ਤੈਨੂੰ ਹੁਕਮ ਹੈ ਮਾਲਕ ਦਾ ਸ਼ੁਕਰਾਨਾ ਕਰ, ਕਿਉਂਕਿ ਤੇਰਾ ਜੋੜਿਆ ਹੋਇਆ ਧਨ ਉਹ ਤੇਰੇ ਨਾਲ ਨਹੀਂ ਜਾਣਾ। ਤੇ ਸਚਾਈ ਇਹ ਹੈ ਵੀ ਮਨੁੱਖ ਜਿਉਂਦੇ ਜੀ ਵਧੀਆ ਵਧੀਆ ਕੱਪੜੇ ਪਾਉਂਦਾ, ਵਧੀਆ ਵਧੀਆ ਭੋਜਨ ਛਕਦਾ, ਪਰ ਸਚਾਈ ਇਹ ਹੈ ਵੀ ਜਦੋਂ ਅਖੀਰ ਤੇ ਕਫਨ ਮਿਲਦਾ ਹੈ ਨਾ, ਤੇ ਕਫਨ ਬਿਲਕੁਲ ਸਾਦਾ ਹੁੰਦਾ ਹੈ। ਉੱਥੇ ਜਾ ਕੇ ਲੈਣ ਵਾਲਾ ਇਹ ਨਹੀਂ ਕਹਿੰਦਾ ਵੀ ਮੈਨੂੰ ਵਧੀਆ ਕੱਪੜਾ ਦਿਖਾ, ਉੱਥੇ ਇਹੀ ਬੋਲ ਹੁੰਦੇ ਨੇ ਜਿਹੜਾ ਵੀ ਲੈਣ ਜਾਂਦਾ ਵੀ ਸਾਨੂੰ ਕਫਨ ਵਾਸਤੇ ਕੱਪੜਾ ਚਾਹੀਦਾ ਹੈ। ਤੇ ਤੁਸੀਂ ਭਲੀ ਭਾਂਤ ਜਾਣਦੇ ਹੋ ਵੀ ਕਫਨ ਵਾਲਾ ਕੱਪੜਾ ਕੈਸਾ ਹੁੰਦਾ ਹੈ। ਸਾਰਿਆਂ ਦੀ ਗੱਲ ਹੈ ਵੀ ਜਿਹੜਾ ਲੈਣ ਜਾਂਦਾ ਉਹ ਇਹ ਨਹੀਂ ਕਹਿੰਦਾ ਵੀ ਮਖਮਲੀ ਰੇਸ਼ਮੀ ਵਧੀਆ ਕੱਪੜਾ ਦਿਖਾ, ਉੱਥੇ ਇਹੀ ਬੋਲ ਹੁੰਦੇ ਨੇ ਵੀ ਕਫਨ ਵਾਸਤੇ ਕੱਪੜਾ ਚਾਹੀਦਾ ਹੈ। ਤੇ ਦੁਕਾਨਦਾਰ ਵੀ ਜਿਹੜਾ ਸਭ ਤੋਂ ਹਲਕਾ ਕੱਪੜਾ ਨਾ ਉਹੀ ਕੱਢ ਕੇ ਅੱਗੇ ਰੱਖਦਾ ਵੀ ਕਫਨ ਵਾਸਤੇ ਤਾਂ ਇਹੀ ਜਾਂਦਾ ਹੈ। ਜਿਉਂਦੇ ਜੀ ਥੋੜੀ ਜਿਹੀ ਵੀ ਕਿਤੇ ਮਨੁੱਖ ਦਾ ਕੱਪੜਾ ਢਿੱਲਾ ਸੀਤਾ ਜਾਏ ਨਾ, ਫਿਟਿੰਗ ਲੂਜ ਹੋ ਜਾਏ, ਤੇ ਦਰਜੀ ਕੋਲ 10 ਚੱਕਰ ਮਾਰਦਾ ਮੈਨੂੰ ਠੀਕ ਕਰ। ਪਰ ਯਾਦ ਰੱਖਿਓ ਕਫਨ ਜਿਹੜਾ ਸੀਤਾ ਹੁੰਦਾ ਹੈ ਨਾ, ਉਹ ਚੰਗੀ ਤਰ੍ਹਾਂ ਸੀਤਾ ਵੀ ਨਹੀਂ ਹੁੰਦਾ। ਉਹਦੇ ਤੇ ਬਿੰਗੀਆਂ ਟੇਢਾਂ ਬਸ ਸੀੜਾਂ ਮਾਰੀਆਂ ਹੁੰਦੀਆਂ ਨੇ, ਇੱਕ ਨਾਮ ਮਾਤਰ। ਵੀ ਜਿਉਂਦੇ ਜੀ ਤੂੰ ਕੱਪੜੇ ਵੀ ਢਿੱਲੇ ਨਹੀਂ ਪਾਉਣਾ ਚਾਹੁੰਦਾ, ਕੱਪੜੇ ਵੀ ਵਧੀਆ ਪਾਉਣਾ। ਪਰ ਗੁਰੂ ਸਾਹਿਬ ਆਖਦੇ ਨੇ ਉਹ ਸਚਾਈ ਉਹ ਵੇਲਾ ਯਾਦ ਕਰ ਜਦੋਂ ਤੇਰੀ ਪਸੰਦ ਦਾ ਨਾ ਕੱਪੜਾ ਹੋਵੇਗਾ, ਨਾ ਤੇਰੇ ਪਸੰਦ ਦਾ ਟੇਲਰ ਹੋਵੇਗਾ। ਇੱਥੋਂ ਤੱਕ ਮਨੁੱਖ ਉਸੇ ਟੇਲਰ ਕੋਲ ਜਾ ਕੇ ਕੱਪੜਾ ਸਿਉਂਦਾ ਜਿਸ ਨੂੰ ਵਿਸ਼ਵਾਸ ਹੁੰਦਾ ਵੀ ਮੇਰੇ ਕੱਪੜੇ ਤਾਂ ਇਹੀ ਵਧੀਆ ਸੀਂਦਾ ਹੈ।
ਆਪਣੇ ਪਸੰਦ ਦੇ ਟੇਲੇ ਕੋਲ ਜਾ ਕੇ, ਪਰ ਅਖੀਰ ਤੇ ਨਾ ਤੇਰੀ ਪਸੰਦ ਦਾ ਕੱਪੜਾ ਹੋਵੇਗਾ, ਨਾ ਤੇਰੇ ਪਸੰਦ ਦਾ ਟੇਲਰ ਹੋਵੇਗਾ, ਤੇ ਰਹੀ ਗੱਲ ਤੇਰੀ ਜੋੜੀ ਹੋਈ ਧਨ ਦੌਲਤ ਦੀ, ਕਫਨ ਵਿੱਚ ਜੇਬ ਵੀ ਕੋਈ ਨਹੀਂ ਹੁੰਦੀ। ਵੀ ਭਾਵੇਂ ਕੋਈ ਅਰਬਾਂ ਖਰਬਾਂ ਪਤੀ ਜੇ ਸੰਸਾਰ ਤੋਂ ਰੁਖਸਤ ਹੁੰਦਾ ਹੈ, ਜੇਬ ਉਹਦੇ ਕਫਨ ਵਿੱਚ ਵੀ ਨਹੀਂ ਹੁੰਦੀ। ਕਫਨ ਉਹਨੂੰ ਵੀ ਉਸ ਤਰ੍ਹਾਂ ਦੇ ਨਸੀਬ ਹੁੰਦਾ ਹੈ ਜੋ ਜਿਹਾ ਆਮ ਬੰਦੇ ਨੂੰ ਹੁੰਦਾ ਹੈ, ਕਿਉਂਕਿ ਕਫਨ ਦਾ ਕੱਪੜਾ ਸਫੇਦ ਹੀ ਹੈ। ਫਿਰ ਗੁਰੂ ਸਾਹਿਬ ਆਖਦੇ ਨੇ ਵੀ ਇਸ ਧਨ ਦੌਲਤ ਦੇ ਖਾਤਰ ਤੂੰ ਪ੍ਰਮਾਤਮਾ ਨੂੰ ਭੁਲਾ ਕੇ ਜੀਵਨ ਬਸਰ ਕਰ ਰਿਹਾ ਹੈ, ਜਦੋਂ ਨਾਲ ਕੁਝ ਜਾਣਾ ਹੀ ਨਹੀਂ ਤੇ ਫਿਰ ਕਾਹਦੇ ਵਾਸਤੇ? ਵੀ ਨਾਮ ਕਿਉਂ ਨਹੀਂ ਜਪਦਾ? ਮੈਨੂੰ ਗੱਲ ਯਾਦ ਆ ਗਈ ਸਿਕੰਦਰ ਬਾਦਸ਼ਾਹ ਦੀ, ਕਿਉਂਕਿ ਕਫਨ ਦੀ ਗੱਲ ਚੱਲੀ ਹੈ। ਕਹਿੰਦੇ ਉਹਦਾ ਲਾਲਚ ਇੰਨਾ ਵੱਧ ਗਿਆ ਸੀ ਸਿਕੰਦਰ ਦਾ, ਵੀ ਜਿਹੜੇ ਮੁਸਲਮਾਨ ਵੀਰ ਮਰਦੇ ਵਕਤ ਉਹ ਮੂੰਹ ਵਿੱਚ ਇੱਕ ਚਾਂਦੀ ਦਾ ਸਿੱਕਾ ਪਾਉਂਦੇ ਸਨ। ਉਹਨੇ ਕਬਰਾਂ ਪਟਵਾ ਕੇ ਮੁਰਦਿਆਂ ਦੇ ਮੂੰਹ ਚੋਂ ਸਿੱਕੇ ਵੀ ਕਢਵਾ ਲਏ ਸਨ, ਇੰਨਾ ਲਾਲਚ ਵੱਧ ਗਿਆ ਉਹਦਾ। ਹੁਣ ਜਦੋਂ ਅਖੀਰ ਵੇਲਾ ਆਇਆ, ਕਿਉਂਕਿ ਅੰਤ ਤਾਂ ਹਰੇਕ ਦਾ ਆਉਣਾ ਹੈ, ਜੋ ਉਪਜਿਓ ਸੋ ਬਿਨਸ ਹੈ, ਪਰ ਉਹ ਆਜ ਕਹਿ ਕਾਲ। ਮਰਨਾ ਤਾਂ ਉਹਨੇ ਵੀ ਸੀ, ਕਿਉਂਕਿ ਰਾਜੇ ਨੇ ਵੀ ਮਰਨਾ ਹੈ, ਪ੍ਰਜਾ ਨੇ ਵੀ ਮਰਨਾ ਹੈ। ਰਾਣਾ ਰਾਓ ਨਾ ਕੋ ਰਹਿ ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਦੇ ਧੀਰ। ਹੁਣ ਜਦੋਂ ਮਰਨ ਕਿਨਾਰੇ ਹੁਣ ਮੰਜੇ ਤੇ ਲੇਟੇ ਆ ਨਾ, ਪਰਿਵਾਰ ਰਾਣੀਆਂ ਬੱਚੇ ਕੋਲ ਖਲੋਤੇ ਨੇ, ਵੈਦ ਵੱਡੇ ਵੱਡੇ ਸ਼ਾਹੀ ਵੈਦ ਕੋਲ ਖੜੇ ਨੇ। ਸਿਕੰਦਰ ਹੱਥ ਜੋੜ ਕੇ ਕਹਿੰਦਾ ਮੈਨੂੰ ਜੀਵਨ ਚਾਹੀਦਾ, ਮੈਂ ਜਿਉਣਾ ਚਾਹੁੰਦਾ। ਹੁਣ ਤਾਂ ਆਨੰਦ ਲੈਣ ਦਾ ਸਮਾਂ ਸੀ, ਹੁਣ ਤੱਕ ਤਾਂ ਮੈਂ ਜੰਗ ਯੁੱਧ ਕਰਦਾ ਰਿਹਾ, ਬੜਾ ਤਕੜਾ ਬਾਦਸ਼ਾਹ ਹੋਇਆ, ਦੁਨੀਆ ਨੂੰ ਨਸਾਰ ਕੀਤਾ, ਯੂਨਾਨ ਦਾ ਰਹਿਣ ਵਾਲਾ ਸੀ। ਵੀ ਮੈਂ ਜਿਉਣਾ ਚਾਹੁੰਦਾ, ਵੀ ਮੇਰੇ ਵਾਸਤੇ ਕੋਈ ਦਵਾ ਦਾਰੂ ਕਰੋ, ਵੀ ਕੁਝ ਚਿਰ ਮੈਨੂੰ ਹੋਰ ਮਿਲੇ, ਮੈਂ ਜੀਵਨ ਜੀਵਾਂ। ਪਰ ਵੈਦਾਂ ਨੇ ਹੱਥ ਜੋੜ ਦਿੱਤੇ, ਕਹਿਣ ਲੱਗੇ ਸ਼ਾਹ ਸਿਕੰਦਰ, ਇਹ ਜਿਹੜੇ ਸੁਵਾਸ ਨੇ ਇਹ ਪ੍ਰਮਾਤਮਾ ਦੀ ਅਨਮੋਲ ਦਾਤ ਹੈ, ਇਹ ਪੈਸਿਆਂ ਨਾਲ ਨਹੀਂ ਖਰੀਦੇ ਜਾ ਸਕਦੇ। ਸਚਾਈ ਵੀ ਹੈ, ਸਾਰੀ ਜ਼ਿੰਦਗੀ ਦੀ ਧਨ ਦੌਲਤ ਜੋੜੀ ਇੱਕ ਪਾਸੇ ਰੱਖ ਦਈਏ, ਵੀ ਘੰਟਾ ਕੁ ਹੋਰ ਜਿਉਂਦਾ ਹੋ ਜੇ ਨਾ, ਦੋ ਗੱਲਾਂ ਕਰ ਲਈਏ, ਘੰਟਾ ਕਿ ਇੱਕ ਸਵਾਸ ਵੀ ਨਹੀਂ ਹੁੰਦਾ ਵੀ ਮਨੋਂ ਉੱਠ ਕੇ ਗੱਲ ਹੀ ਕਰ ਲਏ। ਕਹਿਣ ਲੱਗੇ ਵੀ ਹੁਣ ਤਾਂ ਪ੍ਰਮਾਤਮਾ ਦੇ ਹੱਥ ਵਸ ਹੈ, ਅਸੀਂ ਜਿਹੜਾ ਜ਼ੋਰ ਲਾਉਣਾ ਸੀ ਲਾ ਲਿਆ। ਲੰਗਰ ਵੀ ਗੁਰੂ ਸਾਹਿਬ ਦੀ ਹਜ਼ੂਰੀ ਚ ਲੈ ਕੇ ਆਉਣ ਦੀ ਕਿਰਪਾਲਤਾ ਕਰੋ, ਸਮਾਂ ਹੋ ਗਿਆ ਵੀ ਅਸੀਂ ਕੁਝ ਨਹੀਂ ਕਰ ਸਕਦੇ। ਹੁਣ ਸਿਕੰਦਰ ਨੂੰ ਜਦੋਂ ਮੌਤ ਨਜ਼ਰ ਆਈ ਨਾ ਨੇੜੇ ਆਉਂਦੀ ਹੋਈ, ਹੁਣ ਉਹਨੇ ਗੱਲ ਧਿਆਨ ਦਿਓ, ਉਹਨੇ ਜੋ ਬਚਨ ਆਪਣੇ ਪਰਿਵਾਰ ਦੇ ਨਾਲ ਕੀਤੇ, ਉਹ ਕਹਿੰਦੇ ਵੀ ਮੇਰੀਆਂ ਕੁਝ ਇੱਛਾਵਾਂ ਨੇ, ਉਹ ਮੇਰੀਆਂ ਅੰਤਮ ਇੱਛਾਵਾਂ ਪੂਰੀਆਂ ਕੀਤੀਆਂ ਜਾਣ। ਵੀ ਸੰਸਾਰ ਤੋਂ ਮੈਂ ਜਾਣਾ, ਮੈਨੂੰ ਪਤਾ ਲੱਗ ਗਿਆ ਵੀ ਹੁਣ ਮੈਂ ਸੰਸਾਰ ਤੋਂ ਜਾਣ ਵਾਲਾ ਹੈ। ਹੁਣ ਰਾਣੀ ਕਹਿੰਦੀ ਵੀ ਦੱਸ। ਕਹਿੰਦਾ ਇੱਕ ਹੈ ਜਦੋਂ ਮੈਂ ਮਰਾਂ, ਜੇਕਰ ਮੇਰੇ ਮੁੱਠੀਆਂ ਮਰਦੇ ਵਕਤ ਮੁੱਠੀਆਂ ਬੰਦ ਹੋ ਜਾਣ ਤੇ ਮੁੱਠੀਆਂ ਖੋਲ ਦਿਓ। ਪਹਿਲੀ ਇੱਛਾ ਵੀ ਮਰਦੇ ਵਕਤ ਜੇਕਰ ਮੁੱਠੀਆਂ ਬੰਦ ਹੋ ਜਾਣ ਤੇ ਮੁੱਠੀਆਂ ਖੋਲ ਦਿਓ। ਕਹਿਣ ਲੱਗੇ ਠੀਕ ਹੈ। ਵੀ ਦੂਜੀ ਮੇਰੀ ਸ਼ਰਤ ਇਹ ਹੈ, ਮੇਰੀ ਮਨ ਦੀ ਇੱਛਾ ਵੀ ਕਫਨ ਵਿੱਚੋਂ ਮੇਰੇ ਹੱਥ ਜਿਹੜੇ ਬਾਹਰ ਲਟਕਾ ਦਿਓ। ਕਹਿਣ ਲੱਗੇ ਠੀਕ। ਹੁਣ ਤੀਜੀ ਇੱਛਾ ਕਹਿੰਦਾ ਵੀ ਇਸ ਸ਼ਹਿਰ ਦੀ ਕੋਈ ਗਲੀ ਐਸੀ ਨਾ ਰਹਿ ਜਾਏ ਜਿੱਥੇ ਮੇਰੇ ਜਨਾਜ਼ੇ ਨੂੰ ਨਾ ਘੁਮਾਇਆ ਜਾਏ। ਇਹ ਸਾਰੇ ਸ਼ਹਿਰ ਵਿੱਚ ਗਲੀ ਗਲੀ ਮੇਰੇ ਜਨਾਜ਼ੇ ਨੂੰ ਘੁਮਾਇਓ, ਹੱਥ ਖੁੱਲੇ ਹੋਣ ਤੇ ਕਫਨ ਤੋਂ ਬਾਹਰ ਹੋਣ। ਹੁਣ ਰਾਣੀ ਪੁੱਛਦੀ ਕਾਹਦੇ ਵਾਸਤੇ? ਕਹਿੰਦਾ ਮੈਂ ਦੁਨੀਆ ਦੇ ਲੋਕਾਂ ਨੂੰ ਸੱਚਾਈ ਦੱਸਣਾ ਚਾਹੁੰਦਾ ਵੀ ਉਹ ਸਿਕੰਦਰ ਬਾਦਸ਼ਾਹ ਜਿਹਦੀ ਤਲਵਾਰ ਤੋਂ ਦੁਨੀਆ ਥਰ ਥਰ ਕੰਬਦੀ ਸੀ, ਜਿਹਦਾ ਲਾਲਚ ਇੰਨਾ ਵਧਿਆ ਵੀ ਮੁਰਦਿਆਂ ਦੇ ਮੂੰਹ ਵਿੱਚੋਂ ਮੈਂ ਸਿੱਕੇ ਵੀ ਕਢਵਾਏ, ਅੱਜ ਜਾਣ ਲੱਗਿਆ ਸਿਕੰਦਰ ਬਾਦਸ਼ਾਹ ਖਾਲੀ ਹੱਥ ਚੱਲਿਆ ਵੀ ਕਫਨ ਦੇ ਅੰਦਰ ਹੱਥ ਹੋਏ, ਮਤਾ ਕਿਸ ਨੂੰ ਭੁਲੇਖਾ ਰਹਿ ਜੇ ਵੀ ਇਹਦੀ ਮੁੱਠੀ ਵਿੱਚ ਕੁਝ ਸੀ। ਵੀ ਮੁੱਠੀਆਂ ਮੇਰੇ ਖੋਲ ਦਿਓ, ਹੱਥ ਬਾਹਰ ਕੱਢ ਦਿਓ ਤੇ ਗਲੀ ਗਲੀ ਘੁਮਾਇਓ, ਵੀ ਬੱਚੇ ਬੱਚੇ ਨੂੰ ਪਤਾ ਲੱਗ ਜੇ ਕਿ ਸਿਕੰਦਰ ਕੁਝ ਨਾਲ ਨਹੀਂ ਲੈ ਕੇ ਗਿਆ। ਖਾਲੀ ਹੱਥ ਆਇਆ ਸੀ ਮੈਂ ਤੇ ਖਾਲੀ ਹੱਥ ਮੈਂ ਸੰਸਾਰ ਤੋਂ ਜਾਵਾਂਗਾ। ਇਹ ਮੈਂ ਸੰਦੇਸ਼ ਆਪਣੀ ਜਨਤਾ ਨੂੰ, ਆਪਣੀ ਪ੍ਰਜਾ ਨੂੰ ਦੇਣਾ ਚਾਹੁੰਦਾ। ਤੇ ਇਹ ਉਹਦੇ ਤੇ ਗੱਲ ਲਾਗੂ ਨਹੀਂ, ਇਹ ਸਾਡੇ ਤੇ ਵੀ ਲਾਗੂ ਹੈ। ਜਿਹੜਾ ਸੰਸਾਰ ਤੇ ਆਉਂਦਾ ਹੈ ਉਹ ਖਾਲੀ ਹੱਥ ਹੀ ਆਉਂਦਾ ਹੈ। ਕਿਸਮਤ ਜ਼ਰੂਰ ਲਿਖਾ ਕੇ ਆਉਂਦਾ ਹੈ, ਆਉਂਦਾ ਖਾਲੀ ਹੱਥ ਤੇ ਜਾਣਾ ਵੀ ਖਾਲੀ ਹੱਥ। ਇਹ ਬਚਨ ਆਪਾਂ ਅਨੇਕਾਂ ਵਾਰ ਪੜ੍ਹਦੇ ਆ, ਨਾਂਗੇ ਆਣਾ ਨਾਂਗੇ ਜਾਣਾ।
ਵੀ ਖਾਲੀ ਹੱਥ ਆਏ ਸਾਂ ਤੇ ਖਾਲੀ ਹੱਥ ਸੰਸਾਰ ਤੋਂ ਚਲੇ ਜਾਣਾ ਹੈ। ਪਰ ਗੱਲ ਇਹ ਹੈ, ਮਨੁੱਖ ਸਾਰੀ ਜ਼ਿੰਦਗੀ ਇਹਨਾਂ ਗੱਲਾਂ ਨੂੰ ਸੁਣਦਾ ਹੈ, ਸਾਨੂੰ ਪਤਾ ਵੀ ਹੈ, ਪਰ ਸੁਣ ਕੇ ਮਨੁੱਖ ਇਸ ਗੱਲ ਨੂੰ ਮੰਨਦਾ ਨਹੀਂ, ਮੰਨਣ ਨੂੰ ਤਿਆਰ ਨਹੀਂ ਵੀ ਮਰਨਾ ਵੀ ਹੈ, ਸੰਸਾਰ ਤੋਂ ਜਾਣਾ ਵੀ ਹੈ। ਇੱਥੋਂ ਤੱਕ ਸਾਡੇ ਤਾਂ ਹਾਲਾਤ ਐਸੇ ਨੇ ਕਈਆਂ ਦੇ ਵੀ ਸ਼ਮਸ਼ਾਨ ਘਾਟ ਕੋਲੋਂ ਲੰਘਣਾ ਹੋਏ ਨਾ, ਉੱਧਰ ਵੇਖਦੇ ਵੀ ਨਹੀਂ, ਉੱਧਰ ਸ਼ਮਸ਼ਾਨ ਘਾਟ ਵੱਲ। ਅਸਲ ਸੱਚਾਈ ਤਾਂ ਇਹ ਹੈ ਵੀ ਜਾਣਾ ਤਾਂ ਉੱਥੇ ਹੀ ਹੈ, ਸਾਡਾ ਅਸਲੀ ਘਰ ਉਹੀ ਹੈ। ਕੋਈ ਸਾਡਾ ਕਿੰਨਾ ਵੀ ਪਿਆਰਾ ਹੈ, ਕਿੰਨਾ ਵੀ ਸਤਿਕਾਰਯੋਗ ਹੈ, ਉਹਨੇ ਸਾਡੇ ਲਈ ਕਿੰਨੀ ਵੀ ਮਿਹਨਤ ਕੀਤੀ ਹੈ, ਇਤਿਹਾਸ ਗਵਾਹ ਵੀ ਕਿਸੇ ਨੇ ਵੀ ਆਪਣੇ ਸੱਕੇ ਨੂੰ, ਆਪਣੇ ਪਿਆਰੇ ਨੂੰ ਆਪਣੇ ਘਰ ਵਿੱਚ ਕਿਸੇ ਨੇ ਉਹਦਾ ਸੰਸਕਾਰ ਨਹੀਂ ਕੀਤਾ। ਸੰਸਕਾਰ ਸਾਰਿਆਂ ਦਾ ਸ਼ਮਸ਼ਾਨ ਘਾਟ ਤੇ ਹੀ ਹੁੰਦਾ ਹੈ। ਵੀ ਭਾਵੇਂ ਕੋਈ ਸਾਡੇ ਲਈ ਕਿੰਨਾ ਹੀ ਪਿਆਰਾ ਹੈ, ਉਹਨੇ ਕਿੰਨੀ ਮਿਹਨਤ ਮੁਸ਼ੱਕਤ ਕੀਤੀ ਹੈ, ਵੀ ਇਹ ਨਹੀਂ ਵੀ ਉਹਨੂੰ ਜਾਂਦੇ ਵਕਤ ਥਾਂ ਆਪਣੇ ਘਰ ਹੀ ਮਿਲ ਜੇ, ਨਹੀਂ, ਥਾਂ ਤਾਂ ਉੱਥੇ ਹੀ ਮਿਲਣੀ ਹੈ, ਸ਼ਮਸ਼ਾਨ ਘਾਟ ਹੀ ਮਿਲਣੀ ਹੈ। ਉਹ ਸਾਡਾ ਅਸਲੀ ਘਰ ਹੈ, ਕਿਉਂਕਿ ਨਿਯਮ ਹੀ ਐਸਾ ਬਣਾਇਆ ਹੈ ਪ੍ਰਮਾਤਮਾ ਨੇ ਵੀ ਮਨੁੱਖ ਦੀ ਜਿਹੜੀ ਕਦਰ ਕੀਮਤ ਹੈ ਜਿਉਂਦੇ ਜੀ ਹੈ। ਸੁਆਸ ਨਿਕਲ ਗਏ ਤੇ ਮਨੁੱਖ ਦਾ ਜਿਹੜਾ ਸਰੀਰ ਮਿੱਟੀ ਦੀ ਢੇਰੀ। ਫਿਰ ਆਪਣੇ ਰਿਸ਼ਤੇਦਾਰ, ਪਰਿਵਾਰ, ਸਾਖ ਸੰਬੰਧੀ ਵੀ ਸੁਆਸ ਨਿਕਲਣ ਦੀ ਦੇਰ ਪਹਿਲਾ ਸਵਾਲ ਕੀ ਹੁੰਦਾ ਸਾਰਿਆਂ ਦਾ ਵੀ ਸੰਸਕਾਰ ਕਦੋਂ ਕਰਨਾ ਹੈ, ਸ਼ਮਸ਼ਾਨ ਘਾਟ ਸੰਸਕਾਰ ਕਰਨ ਵਾਸਤੇ ਕਦੋਂ ਲੈ ਕੇ ਜਾਣਾ ਹੈ, ਕੀ ਟਾਈਮ ਰੱਖਿਆ ਹੈ। ਫਿਰ ਟਾਈਮ ਦੀਆਂ ਗੱਲਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਜਿਹੜਾ ਮਨੁੱਖ ਸਾਰੀ ਜ਼ਿੰਦਗੀ ਆਪਣੇ ਪਰਿਵਾਰ ਦੇ ਲਈ ਮਿਹਨਤ ਮੁਸ਼ੱਕਤ ਕਰਦਾ ਹੈ, ਦਿਨ ਰਾਤ ਇੱਕ ਕਰ ਦਿੰਦਾ ਹੈ, ਠੰਡ ਗਰਮੀ ਨਹੀਂ ਵੇਖਦਾ, ਪਰ ਜਿਵੇਂ ਸਵਾਸ ਨਿਕਲੇ ਫਿਰ ਗੁਰੂ ਸਾਹਿਬ ਆਖਦੇ ਨੇ ਮਨੁੱਖ ਦੀ ਹਾਲਤ ਮਿੱਟੀ ਦੇ ਘੜੇ ਵਰਗੀ ਹੋ ਜਾਂਦੀ ਹੈ। ਬਚਨ ਹੁੰਦਾ ਘੱਟ ਫੁੱਟੈ ਕੋਈ ਬਾਤ ਨਾ ਪੁੱਛੈ, ਕਾਢੋ ਕਾਢੋ ਹੋਈ। ਘੱਟ ਕਹਿੰਦੇ ਨੇ ਘੜੇ ਨੂੰ। ਇੱਕ ਉਦਾਹਰਨ ਦੇ ਕੇ ਸਮਝਾਉਣਾ ਕੀਤਾ ਹੈ ਵੀ ਪੁਰਾਣੇ ਸਮੇਂ ਵਿੱਚ, ਅੱਜ ਵੀ ਬਹੁਤੇ ਨਹੀਂ ਤਾਂ ਥੋੜੇ, ਵੀ ਘੜੇ ਵਿੱਚ ਪਾਣੀ ਪੀਣ ਵਾਸਤੇ ਇਸਤੇਮਾਲ ਕਰਦੇ ਸਨ। ਘੜੇ ਦਾ ਵੀ ਜਿਹੜਾ ਪੀਣ ਵਾਲਾ ਪਾਣੀ ਹੈ ਉਹ ਘੜੇ ਵਿੱਚ ਰੱਖਿਆ ਜਾਂਦਾ ਸੀ। ਜਦੋਂ ਤੱਕ ਘੜਾ ਠੀਕ ਹੈ, ਉਹ ਘਰ ਵਿੱਚ ਹੈ, ਜਿਵੇਂ ਉਹਦੇ 'ਚ ਕੋਈ ਸੁਰਾਖ ਹੋ ਗਿਆ, ਟੁੱਟ ਗਿਆ, ਫਿਰ ਉਹਨੂੰ ਕੋਈ ਘਰ ਨਹੀਂ ਰੱਖਦਾ, ਕਹਿੰਦੇ ਇਹਨੂੰ ਬਾਹਰ ਸੁੱਟੋ, ਇਹਦੀ ਥਾਂ ਤੇ ਹੋਰ ਲੈ ਕੇ ਆਓ। ਘੱਟ ਫੁੱਟ ਹੈ ਵੀ ਫੁੱਟ ਗਿਆ, ਕੋਈ ਬਾਤ ਨਾ ਪੁੱਛੇ। ਫਿਰ ਇਹ ਨਹੀਂ ਕਹਿੰਦੇ ਵੀ ਇਹਦੇ 'ਚੋਂ 6 ਮਹੀਨੇ ਪਾਣੀ ਪੀਤਾ, ਸਾਲ ਇਹਨੇ ਸਾਨੂੰ ਪਾਣੀ ਪਿਲਾਇਆ, ਇਹਨੂੰ ਸਾਂਭ ਕੇ ਰੱਖ ਲਈਏ, ਨਹੀਂ, ਵੀ ਬਾਹਰ ਸੁੱਟੋ ਬਾਈ, ਲਿਆ ਕੇ ਉਹਦੀ ਥਾਂ ਤੇ ਹੋਰ ਘੜਾ। ਘੱਟ ਫੁੱਟੇ ਕੋਈ ਬਾਤ ਨਾ ਪੁੱਛੇ, ਕਾਢੋ ਕਾਢੋ ਹੋਈ। ਇਸ ਤਰ੍ਹਾਂ ਗੁਰੂ ਸਾਹਿਬ ਆਖਦੇ ਨੇ ਭਾਈ ਤੇਰੀ ਵੀ ਇਹੀ ਮੁਨਿਆਦ ਹੈ, ਤੇਰੇ ਵੀ ਇਹੀ ਹਾਲ ਹੋਣਾ ਤੇਰਾ ਵੀ। ਜਦੋਂ ਤੇਰੇ ਸਵਾਸ ਨਿਕਲ ਗਏ, ਘਰ ਤੈਨੂੰ ਵੀ ਕਿਸੇ ਨੇ ਨਹੀਂ ਰੱਖਣਾ, ਇੱਕ ਘੜੀ ਤੇ ਤੈਨੂੰ ਘਰ ਨਹੀਂ ਰੱਖਣਾ, ਤੈਨੂੰ ਵੀ ਲੈ ਜਾਣਾ ਹੈ। ਤੇ ਘਰ ਸਾਡਾ ਉਹੀ ਹੈ ਅਸਲ ਵਿੱਚ। ਸੋ ਗੁਰੂ ਸਾਹਿਬ ਨੇ ਸਾਨੂੰ ਬਾਰ-ਬਾਰ ਅਨੇਕਾਂ ਉਦਾਹਰਨਾਂ ਦੇ ਕੇ ਸਾਨੂੰ ਸਮਝਾਉਣਾ ਕੀਤਾ ਵੀ ਮੌਤ ਨੂੰ ਹਰ ਵਕਤ ਯਾਦ ਕਰਕੇ ਜੀਵਨ ਬਸਰ ਕਰੀਏ, ਹਰ ਵਕਤ ਚੇਤੇ ਹੋਵੇ ਕਿ ਪਤਾ ਨਹੀਂ ਕਦੋਂ ਮਰ ਜਾਣਾ ਹੈ। ਇੱਕ ਇਹ ਵੀ ਮਨ ਦਾ ਵਹਿਮ, ਆਪਾਂ ਤਾਂ ਮੌਤ ਦਾ ਨਾਮ ਹੀ ਨਹੀਂ ਲੈਂਦੇ ਮਰਨ ਦਾ, ਨਹੀਂ ਪਤਾ ਸੱਚੀ ਨਾ ਮਰ ਜਾਈਏ। ਪਰ ਸਾਡੇ ਨਾਂ ਲੈਣ ਨਾਲ ਜਿਹੜਾ ਉਹਦਾ ਲੇਖ ਹੈ ਨਾ ਉਹ ਬਦਲਣ ਵਾਲਾ ਨਹੀਂ। ਲੇਖ ਨਾ ਮਿੱਟੀ ਹੈ ਸਖੀ ਜੋ ਲਿਖਿਆ ਕਰਤਾਰ। ਜਿਸ ਦਿਨ, ਜਿਸ ਵਕਤ, ਜਿਸ ਥਾਂ ਮਰਨਾ, ਜਿਸ ਤਰੀਕੇ ਦੇ ਨਾਲ ਮਰਨਾ ਹੈ, ਇਹ ਸਭ ਪਹਿਲਾਂ ਮੁਕਰਰ ਹੈ, ਇਹਦੇ ਚ ਕੋਈ ਬਦਲਾਅ ਨਹੀਂ ਹੋ ਸਕਦਾ। ਵੀ ਆਪਾਂ ਕਹੀਏ ਨਾ ਕਹੀਏ, ਬਿਲਕੁਲ ਮੌਤ ਨੂੰ ਨਾ ਯਾਦ ਕਰੀਏ ਦਾ ਮਤਲਬ ਨਹੀਂ ਮਰਨਾ ਨਹੀਂ, ਮੌਤ ਹੀ ਨਹੀਂ ਆਉਣੀ। ਇਸ ਤਾਂ ਮੌਤ ਦਾ ਨਾਂ ਹੀ ਨਹੀਂ ਲੈਂਦੇ, ਮਰਨ ਦਾ ਨਾਂ ਹੀ ਨਹੀਂ ਲੈਂਦੇ, ਨਾ ਆਪਾਂ ਸੁਣਦੇ ਆ, ਸਾਨੂੰ ਘਬਰਾਹਟ ਹੁੰਦੀ ਹੈ। ਗੁਰੂ ਸਾਹਿਬ ਆਖਦੇ ਤੈਨੂੰ ਯਾਦ ਹੋਵੇ ਨਾ ਹੋਵੇ, ਤੂੰ ਯਾਦ ਰੱਖ ਨਾ ਯਾਦ ਰੱਖ, ਜਿਹੜਾ ਲੇਖ ਪ੍ਰਮਾਤਮਾ ਨੇ ਲਿਖ ਕੇ ਤੈਨੂੰ ਸੰਸਾਰ ਤੇ ਭੇਜਿਆ ਉਸ ਦਿਨ ਤੈਨੂੰ ਉਹਨੇ ਲੈ ਹੀ ਜਾਣਾ ਹੈ। ਉਹ ਜਿਹੜਾ ਵੇਲਾ ਹੈ ਉਹ ਟਲਣ ਵਾਲਾ ਨਹੀਂ। ਜਿਸ ਤਰੀਕੇ ਦੇ ਨਾਲ ਜਿਸ ਵਕਤ ਮਰਨਾ ਹੈ, ਇਹ ਸਭ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੇ ਪਹਿਲਾਂ ਹੀ ਲਿਖ ਕੇ ਸਾਨੂੰ ਸੰਸਾਰ ਤੇ ਭੇਜਿਆ ਹੈ। ਹੁਣ ਦੇਖੋ ਗੱਲ ਇਹ ਧਿਆਨ ਦੇਣ ਵਾਲੀ ਹੈ ਵੀ ਜਿਹੜਾ ਆਪਾਂ ਜੀਵਨ ਬਤੀਤ ਕਰ ਰਹੇ ਆ ਨਾ, ਇਹਦੇ ਸਭ ਤੋਂ ਵੱਡੀ ਗੱਲ ਇਹ ਹੈ ਵੀ ਮਾਲਕ ਦਾ ਸ਼ੁਕਰਾਨਾ ਕਰੀਏ, ਧੰਨਵਾਦ ਕਰੀਏ ਜਿਸ ਮਾਲਕ ਨੇ ਸਾਨੂੰ ਮਨੁੱਖਾ ਸਰੀਰ ਦਿੱਤਾ ਹੈ, ਪਰਿਵਾਰ ਦਿੱਤਾ ਹੈ, ਜੋ ਸਾਡੇ ਕੋਲੇ ਧਨ ਦੌਲਤ ਸੰਸਾਰ ਤੇ ਸਾਡਾ ਇੱਜ਼ਤ ਮਾਣ ਸਤਿਕਾਰ ਜੋ ਵੀ ਹੈ ਸਭ ਪ੍ਰਮਾਤਮਾ ਦੀ ਬਖਸ਼ਿਸ਼ ਹੈ, ਉਹਦੀ ਕਿਰਪਾ ਦੇ ਨਾਲ ਸਾਨੂੰ ਮਿਲਿਆ ਹੈ। ਇੰਨਾ ਕੁਝ ਲੈ ਕੇ
ਉਸ ਮਾਲਕ ਦਾ ਸ਼ੁਕਰਾਨਾ ਕਰਨਾ ਸਾਡਾ ਫਰਜ਼ ਬਣਦਾ ਹੈ, ਸਾਡੀ ਜ਼ਿੰਮੇਵਾਰੀ ਹੈ। ਜੇ ਇੰਨਾ ਕੁਝ ਲੈ ਕੇ ਉਹਦਾ ਸ਼ੁਕਰਾਨਾ ਨਹੀਂ ਕਰਦੇ, ਗੁਰੂ ਸਾਹਿਬ ਨੇ ਫਿਰ ਬਚਨ ਕੀਤਾ ਹੈ, ਭਾਈ ਤੇਰੀ ਹਾਲਤ ਕੈਸੀ ਹੈ, ਨਾਮ ਬਿਨਾ ਜੋ ਪਹਿਰੈ ਖਾਏ, ਜਿਉ ਕੂਕਰ ਜੂਠਨ ਮੈਂ ਪਾਈ। ਕੂਕਰ ਕਹਿੰਦੇ ਨੇ ਕੁੱਤੇ ਨੂੰ। ਨਾਮ ਬਿਨਾ, ਬਿਨਾ ਨਾਮ ਜਪਿਆ, ਨਾਮ ਬਿਨਾ ਜੋ ਪਹਿਰੈ ਖਾਏ, ਜੋ ਕੂਕਰ ਜੂਠਨ ਮੈਂ ਪਾਈ। ਇਸ ਕਰਕੇ ਗੁਰੂ ਸਾਹਿਬ ਆਖਦੇ ਨੇ, ਭਾਈ ਹਰ ਵਕਤ ਮਾਲਕ ਦਾ ਸ਼ੁਕਰਾਨਾ ਕਰ। ਆਪਣਾ ਜਿਹੜਾ ਮਨੁੱਖਾ ਜਨਮ ਹੈ ਇਹਨੂੰ ਸਫਲ ਕਰ, ਕਿਉਂਕਿ ਬਾਅਦ ਵਿੱਚ ਤੈਨੂੰ ਸਮਾਂ ਨਹੀਂ ਮਿਲਣਾ। ਮਨੁੱਖ ਇਸ ਉਡੀਕ 'ਚ ਬੈਠਾ ਰਹਿੰਦਾ ਹੈ ਵੀ ਬੜਾ ਸਮਾਂ ਹਜੇ ਤੱਕ ਕੰਮ ਕਰ ਲਈਏ, ਬੁਢੇਪੇ ਵਿੱਚ ਬਹਿ ਕੇ ਨਾਮ ਜਪ ਲਾਂਗੇ। ਨਾਮ ਉਦੋਂ ਨਹੀਂ ਜਪਿਆ ਜਾਣਾ, ਕਿਉਂਕਿ ਉਦੋਂ ਸਰੀਰ ਸਵਸਥ ਨਹੀਂ ਰਹਿਣਾ, ਤੂੰ ਤੁਰ ਕੇ ਗੁਰਦੁਆਰੇ ਆਉਣ ਜੋਗਾ ਨਹੀਂ ਰਹਿਣਾ, ਅੱਖਾਂ ਦੀ ਨਿਗਾਹ ਉਹ ਘਟ ਜਾਏਗੀ, ਤੂੰ ਗੁਰੂ ਦੇ ਦੀਦਾਰ ਕਰਨ ਜੋਗਾ ਨਹੀਂ ਰਹਿਣਾ। ਫਿਰ ਤੂੰ ਮੁਹਤਾਜ ਹੋ ਜਾਏਗਾ, ਬੱਚੇ ਤੇ ਤੈਨੂੰ ਲੈ ਕੇ ਆਉਣ ਤੇ ਤੂੰ ਆਏਗਾ, ਨਹੀਂ ਲੈ ਕੇ ਆਏ ਤਾਂ ਘਰ ਬੈਠੇ ਆ।